किसान अकेडमी के ऑनलाइन प्लेटफॉर्म के ऊपर तुहाडा स्वागत है। आज की क्लास दे विच असीं MCQ मिक्स पॉलिटी दी जो सीरीज स्टार्ट कीतियां होईयां ने उहदे नाल फोर्थ क्लास लैके आए हैं। ठीक है जी, ये जिहड़े MCQ हैगे ने तुहाडे जिन्ने भी कॉम्पीटिटिव एग्जाम्स ने, बेशक वो मास्टर केडर SST आ जां फिर पॉलिटी लेक्चरर दी पोस्ट हैगी आ जां फिर कोई भी कॉम्पीटिटिव एग्जाम आ जिथे भी तुहानूं पॉलिटी आ रही हैगी, उन्हां सारे एग्जाम्स दे लई क्लासेस बहुत ज्यादा इंपॉर्टेंट ने। इस तो बिना बेटा जेकर तुसीं कोर्स परचेज करना चाहुंदे हो तां तुसीं किसान अकेडमी दी ऐप नूं डाउनलोड करके कोर्स परचेज कर सकदे हो जां फिर 9988001121 दे उपर WhatsApp करके ਜਾਂ कॉल करके कोर्स की इन्फॉर्मेशन लैके भी कोर्स नूं परचेज कर सकते हो। ठीक है जी, तां मैं स्टार्ट करदी हां जी अपनी अज की क्लास। बेटा फर्स्ट क्वेश्चन अपने कोल किस सोध दे राही बोधो डोगरी मैथाली ते संथाली नूं 8वीं अनुसूची दा मतलब हैगा 8th शेड्यूल। ठीक है, साडे संविधान दे मौजूदा किन्ने शेड्यूल ने, 12 शेड्यूल ने, तो उन्हां दे विचों 8वें शेड्यूल दे विच शामिल किया गया हैगा इन्हां चार भाषावां नूं केड़ी मतलब केड़ी सोध दे राही। ठीक है जी, तो जिहड़ियां चार भाषावां ने बेटा जी ये साडे कोल 92वीं सोध, ठीक है, 92 अमेंडमेंट हुई सी 2003 दे विच। इस सोध दे राही ये चार भाषावां नूं ऐड किया गया सी। क्लीयर। हुण मैं इत्थे तुहानूं भाषा दे नाल रिलेटेड ही जिहड़ी थोड़ी इन्फॉर्मेशन दिन्नी आ। देखो बेटा पहली गल तां साडा जिहड़ा संविधान हैगा उहदे च उन्नीआं ऑफिशियल लैंग्वेजेस नूं लैके दो तरह दी प्रोविजन ने। एक तां हैगा शेड्यूल दे विच, शेड्यूल दी 8वीं अनुसूची दे विच 22 भाषावां नूं मानता दित्ती गई है। ठीक है, 22 भाषावां नूं मानता दित्ती गई है। नाल ही बेटा जिहड़ा साडा संविधान हैगा, ठीक है, उहदा जिहड़ा 17 भाग हैगा, पार्ट 17 ते आर्टिकल 343 टू 351। ठीक है, ਇਹਦੇ ਵਿੱਚ ਭਾਸ਼ਾ ਨੂੰ ਜਿਹੜੀ ਐਡ ਕੀਤਾ ਗਿਆ, ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਜਾਂ ਭਾਸ਼ਾਵਾਂ ਨੂੰ ਇੱਕ ਤਰੀਕੇ ਨਾਲ ਐਡ ਕੀਤਾ ਗਿਆ। ਇਹਦੇ ਵਿੱਚ ਬੇਟਾ ਜੀ ਜਿਹੜੀ ਅਫੀਸ਼ੀਅਲ ਲੈਂਗੁਏजेस ਦੱਸੀ ਗਈ ਹੈਗੀ ਅਫੀਸ਼ੀਅਲ ਲੈਂਗੁਏਜ। ਠੀਕ ਹੈ, ਅਫੀਸ਼ੀਅਲ ਲੈਂਗੁਏਜ ਕਾਦੀ ਅਫੀਸ਼ੀਅਲ ਲੈਂਗੁਏਜ ਹੈਗੀ ਹੈ ਇੰਡੀਆ ਦੀ ਯੂਨੀਅਨ ਦੀ। ਠੀਕ ਹੈ, ਸਾਡੀ ਪੂਰੀ ਯੂਨੀਅਨ ਦੀ ਜਿਹੜੀ ਅਫੀਸ਼ੀਅਲ ਲੈਂਗੁਏਜ ਕੰਸੀਡਰ ਕੀਤੀ ਗਈ ਹੈਗੀ ਉਹ ਕਿਹੜੀ ਹੈਗੀ ਆ, ਹਿੰਦੀ। ਠੀਕ ਹੈ ਜੀ, ਕਲੀਅਰ। ਤਾਂ ਇਹ ਕਾਫੀ ਇੰਪੋਰਟੈਂਟ ਹੋ ਸਕਦਾ। ਨਾਲ ਹੀ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਜਿਹੜੀਆਂ ਕੋਰਸ ਦੀਆਂ ਪ੍ਰੋਸੀਡਿੰਗ ਦੀ ਲੈਂਗੁਏजेस ਹੋਣਗੀਆਂ ਉਹ ਇੰਗਲਿਸ਼ ਦੇ ਵਿੱਚ ਹੀ ਹੋਊਗੀ। ਹੁਣ ਜਿਹੜੀ ਇਨਫੋਰਮੇਸ਼ਨ ਤੁਸੀਂ ਯਾਦ ਰੱਖਣੀ ਹੈਗੀ ਆ, ਪਹਿਲੀ ਤਾਂ ਇਹੀ ਕਿ 92 ਅਮੈਂਡਮੈਂਟ ਦੇ ਰਾਹੀਂ ਚਾਰ ਭਾਸ਼ਾ ਐਡ ਕੀਤੀਆਂ ਗਈਆਂ। ਦੂਜਾ ਮੇਜਰ ਪੁਆਇੰਟ, ਜਦੋਂ ਸਾਡਾ ਕਨਸਟੀਟਿਊਸ਼ਨ ਬਣ ਕੇ ਲਾਗੂ ਹੋਇਆ ਸੀ 1950 ਦੇ ਵਿੱਚ, ਜਦੋਂ ਸਾਡਾ ਕਨਸਟੀਟਿਊਸ਼ਨ ਇੰਪਲੀਮੈਂਟ ਹੋਇਆ, ਲਾਗੂ ਹੋਇਆ, ਇਨੈਕਟ ਹੋਇਆ, ਉਦੋਂ ਸਾਡੇ ਸੰਵਿਧਾਨ ਦੇ ਵਿੱਚ ਸਿਰਫ 14 ਭਾਸ਼ਾਵਾਂ ਐਡ ਸੀਗੀਆਂ। ਠੀਕ ਹੈ, 14 ਭਾਸ਼ਾਵਾਂ ਐਡ ਨੇ ਤੇ ਮੌਜੂਦਾ ਜੇ ਮੈਂ ਗੱਲ ਕਰਾਂ ਤਾਂ ਹੁਣ ਸਾਡੇ ਕੋਲ 22 ਭਾਸ਼ਾ ਐਡ ਨੇ, 22 ਲੈਂਗੁਏजेस ਨੇ। ठीक है, ਇਹਦਾ मतलब ਵਿੱਚ ਕਾਫੀ ਅਮੈਂਡਮੈਂਟ ਹੋਈਆਂ ਹੋਣਗੀਆਂ ਜਿਨ੍ਹਾਂ ਦੇ ਰਾਹੀਂ ਇਹਨਾਂ ਭਾਸ਼ਾ ਨੂੰ ਐਡ ਕੀਤਾ ਗਿਆ। ਤਾਂ ਦੇਖੋ ਬੇਟਾ ਜੀ ਪਹਿਲਾਂ ਸਾਡੇ ਕੋਲ ਇੱਕ 21st ਅਮੈਂਡਮੈਂਟ ਹੋਈ। ਠੀਕ ਹੈ, 21st ਅਮੈਂਡਮੈਂਟ ਹੋਈ ਤੇ 21st ਅਮੈਂਡਮੈਂਟ ਕਦੋਂ ਹੋਈ ਸੀ ਜੀ, 1967 ਦੇ ਵਿੱਚ। ਤੇ ਇਸ ਸੋਧ ਦੇ ਰਾਹੀਂ 15ਵੀਂ ਭਾਸ਼ਾ ਸਿੰਧੀ ਐਡ ਕੀਤੀ ਗਈ ਸੀ। ਕਿਹੜੀ ਭਾਸ਼ਾ ਜੀ, ਸਿੰਧੀ। ਠੀਕ ਹੈ, ਇਹਨਾਂ ਚ ਐਡ ਕਰ ਦਿੱਤੀ ਗਈ। ਭਾਸ਼ਾਵਾਂ ਕਿੰਨੀਆਂ ਹੋ ਗਈਆਂ ਸਾਡੇ ਕੋਲ, 15। ਉਸ ਤੋਂ ਬਾਅਦ ਬੇਟਾ ਜੀ ਫਿਰ 71 ਅਮੈਂਡਮੈਂਟ ਹੋਈ। 71 ਅਮੈਂਡਮੈਂਟ ਕਦੋਂ ਹੋਈ, 1992 ਦੇ ਵਿੱਚ। ਠੀਕ ਹੈ, 1992 ਦੇ ਵਿੱਚ ਤਿੰਨ ਭਾਸ਼ਾਵਾਂ MNK ਤੋਂ ਯਾਦ ਰੱਖਿਓ, ਮਨੀਪੁਰੀ, ਨੇਪਾਲੀ ਐਂਡ ਕੋਂਕਣੀ। ਇਹਨਾਂ ਤਿੰਨ ਭਾਸ਼ਾਵਾਂ ਨੂੰ ਐਡ ਕੀਤਾ ਗਿਆ। ਠੀਕ ਹੈ, ਉਸ ਤੋਂ ਬਾਅਦ ਬੇਟਾ ਜੀ 92ਵੀਂ ਸੋਧ ਹੋਈ ਤੇ 92ਵੀਂ ਸੋਧ ਦੇ ਰਾਹੀਂ ਬੋਧੋ, ਡੋਗਰੀ, ਮੈਥਾਲੀ ਤੇ ਸੰਥਾਲੀ ਇਹ ਭਾਸ਼ਾਵਾਂ ਜਿਹੜੀਆਂ ਸੀਗੀਆਂ 2003 ਦੇ ਵਿੱਚ ਸਾਡੀਆਂ ਜਿਹੜਾ 8ਵੀਂ ਅਨੁਸੂਚੀ ਹੈ ਤੇ ਨਾਲ ਹੀ ਸਾਡਾ ਜਿਹੜਾ ਸੰਵਿਧਾਨ ਦਾ ਭਾਗ ਹੈਗਾ ਹਨਾ, ਸੰਵਿਧਾਨ ਦੇ 17ਵੇਂ ਭਾਗ ਦੇ ਵਿੱਚ ਸ਼ਾਮਲ ਕਰ ਦਿੱਤੀਆਂ ਗਈਆਂ। ਠੀਕ ਹੈ ਜੀ, ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਤੇ ਜਿਹੜੀ 86 ਅਮੈਂਡਮੈਂਟ ਆ ਇਹ ਵੀ ਤੁਹਾਨੂੰ ਕਲੀਅਰ ਹੋਊਗਾ ਕਿ ਸਾਡੀ ਇਹਦੇ ਰਾਹੀਂ ਸਾਡਾ ਜਿਹੜਾ ਰਾਈਟ ਟੂ ਐਜੂਕੇਸ਼ਨ ਹੈਗਾ, ਸਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ 21A ਆਰਟੀਕਲ ਤੇ ਨਾਲ ਹੀ ਸਾਡੀ ਫੰਡਾਮੈਂਟਲ ਡਿਊਟੀਜ਼ ਦੇ ਵਿੱਚ 52A ਦੇ ਵਿੱਚ 11ਵੀਂ ਫੰਡਾਮੈਂਟਲ ਡਿਊਟੀ ਇਹਦੇ ਰਾਹੀਂ ਐਡ ਕੀਤੀ ਗਈ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ ਬੇਟਾ ਜੀ ਆਪਣੇ ਕੋਲ ਸੰਵਿਧਾਨ ਦਾ ਕਿਹੜਾ ਭਾਗ ਚੋਣ ਕਮਿਸ਼ਨ ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ, ਇਹ ਵੀ ਕਾਫੀ ਇੰਪੋਰਟੈਂਟ ਆ। ਸੰਵਿਧਾਨ ਦੇ ਵਿੱਚੋਂ ਅਕਸਰ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਬੇਟਾ ਪੁੱਛੇ ਜਾਂਦੇ ਆ। ਠੀਕ ਹੈ, ਤਾਂ ਸਾਡੇ ਸੰਵਿਧਾਨ ਦਾ ਜਿਹੜਾ ਭਾਗ 15 ਹੈ, ਠੀਕ ਹੈ, ਇੱਥੇ ਸਾਡਾ ਆਨਸਰ ਬਣੂਗਾ ਭਾਗ 15। ਭਾਗ ਦਾ ਮਤਲਬ ਹੈਗਾ ਪਾਰਟ। ਮੌਜੂਦਾ ਜਿਹੜੇ 25 ਪਾਰਟ ਨੇ ਤਾਂ ਉਹਨਾਂ ਵਿੱਚੋਂ ਜਿਹੜਾ ਸਾਡਾ 15ਵਾਂ ਪਾਰਟ ਹੈਗਾ ਉਹ ਇਲੈਕਸ਼ਨਸ ਦੇ ਨਾਲ ਹੀ ਰਿਲੇਟਡ ਆ। ਠੀਕ ਹੈ, ਇਲੈਕਸ਼ਨਸ ਦੇ ਨਾਲ ਹੀ ਰਿਲੇਟਡ ਆ। ਤੇ ਇਹਦੇ ਚ ਜੇ ਅਸੀਂ ਗੱਲ ਕਰਦੇ ਆ ਤਾਂ ਟੋਟਲ ਜਿਹੜੇ ਹੈਗੇ ਨੇ ਇਹਦੇ ਚ 324 ਤੋਂ ਲੈ ਕੇ 329 ਤੱਕ ਆਰਟੀਕਲ ਐਡ ਨੇ।
ठीक है आर्टिकल ऐड ने ਇਹਦੇ ਵਿੱਚੋਂ ਜਿਹੜਾ ਚੋਣ ਕਮਿਸ਼ਨ ਹੈਗਾ ਉਹ 324 ਆਰਟੀਕਲ ਦੇ ਨਾਲ ਸੰਬੰਧਿਤ ਹੈ 324 ਆਰਟੀਕਲ ਦੇ ਵਿੱਚ ਸਾਡਾ ਚੋਣ ਕਮਿਸ਼ਨ ਹੋਊਗਾ ਯਾਨੀ ਕਿ ਇਲੈਕਸ਼ਨ ਕਮਿਸ਼ਨ ਹੋਊਗਾ ਇਹਦੀ ਗੱਲ ਕੀਤੀ ਗਈ ਹੈ ਠੀਕ ਹੈ ਬਾਕੀ ਜਿਹੜੇ ਆਰਟੀਕਲ ਉਹ ਮੈਂ ਇੱਥੇ ਕਲੀਅਰ ਕਰਵਾ ਦਿੰਨੀ ਹੈ ਭਾਗ ਕਲੀਅਰ ਕਰਵਾ ਦਿੰਨੀ ਹੈ 12th ਭਾਗ ਆਪਣੇ ਕੋਲ 12th ਭਾਗ ਆਰਟੀਕਲ 264 to 300 ठीक है ये ਜਿਹੜਾ ਭਾਗ ਹੈਗਾ बेटा जी फिनांस ठीक है फिनांस हो गए प्रॉपर्टी होगी कॉन्ट्रैक्ट हो गए कॉन्ट्रैक्ट ठीक है कॉन्ट्रैक्ट्स हो गए ਤੇ ਨਾਲ ਹੀ बेटा जी सूट्स हो गए ਉਹਨਾਂ ਦੇ ਨਾਲ ਸੰਬੰਧਿਤ ਆ ਇਹਦੇ ਜਿਹੜੇ ਤੁਸੀਂ ਧਿਆਨ ਰੱਖਣੇ ਇੱਕ ਤਾਂ ਫਿਨਾਂਸ ਕਮਿਸ਼ਨ ਦਾ ਜ਼ਿਕਰ ਕੀਤਾ ਗਿਆ ਹੈਗਾ ਆਰਟੀਕਲ 280 ਦੇ ਵਿੱਚ ਤੇ ਇੱਕ 300A ਆਰਟੀਕਲ ਦੇ ਵਿੱਚ ਸਾਡਾ ਲੀਗਲ ਰਾਈਟ ਟੂ ਪ੍ਰੋਪਰਟੀ ਠੀਕ ਹੈ ਸੰਪਤੀ ਦਾ ਅਧਿਕਾਰ ਰਾਈਟ ਟੂ ਪ੍ਰੋਪਰਟੀ ਯਾਨੀ ਕਿ ਸੰਪਤੀ ਦਾ ਅਧਿਕਾਰ ਆ ਜਿਹੜਾ 44ਵੀਂ ਸੋਧ ਦੇ ਰਾਹੀਂ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਕੱਢ ਕੇ 12ਵੇਂ ਭਾਗ ਦੇ ਵਿੱਚ 300A ਆਰਟੀਕਲ ਦੇ ਵਿੱਚ ਐਡ ਕਰ ਦਿੱਤਾ ਗਿਆ ਸੀ ਠੀਕ ਹੈ 8th ਸ਼ਡਿਊਲ ਦੀ 8th ਭਾਗ ਦੀ ਗੱਲ ਕਰਦੇ ਆ ਤੇ 8th ਭਾਗ ਦੇ ਵਿੱਚ ਬੇਟਾ ਹੈਗੀਆਂ ਨੇ ਐਮਰਜੈਂਸੀ ਪਾਵਰਸ ਸੰਕਟਕਾਲੀਨ ਸ਼ਕਤੀਆਂ एमरजेंसी पावर्स यानी कि संकटकालीन शक्तियां ठीक है आर्टिकल 352 तो लेके 360 ਤੁਹਾਨੂੰ क्लियर होगा 352 नेशनल एमरजेंसी 356 कॉन्स्टिट्यूशनल एमरजेंसी एंड 360 हैगा फाइनेंशियल एमरजेंसी आर्टिकल भाग 20 है ਜਿਹੜਾ ਸਾਡੇ ਕੋਲ ਇਹਦੇ ਚ ਆਰਟੀਕਲ ਆ ਜਾਂਦਾ ਹੈਗਾ 368 ठीक है ਜਿਹਦੇ ਵਿੱਚ ਬੇਟਾ ਅਮੈਂਡਮੈਂਟ ਸਾਡੇ ਸੰਵਿਧਾਨ ਦੇ ਵਿੱਚ ਕਿਵੇਂ ਕਰ ਸਕਦੇ ਆ ਤਾਂ ਅਮੈਂਡਮੈਂਟ ਦੇ ਨਾਲ ਰਿਲੇਟ ਕਰਦਾ ਹੈਗਾ ਸਾਡਾ 360 ਆਰਟੀਕਲ ਤੇ ਭਾਗ भी ठीक है जी सोधा संशोधन होप तो क्लियर हो गया होगा नेक्स्ट क्वेश्चन है बेटा जी ओम बिरला लोक सभा का किनवा स्पीकर है वेरी इंपॉर्टेंट क्वेश्चन ओम बिरला जेडे हैगे ने किनवे स्पीकर ने 17 ठीक है 17th स्पीकर ने जे पूछन फर्स्ट स्पीकर कौन सीगे तो तुसी की आखोगे जी जी.वी. मावलकर ठीक है जे फर्स्ट फीमेल पूछन फर्स्ट फीमेल स्पीकर तो कौन सी जी साडे कोल मीरा कुमार नेक्स्ट जी साडे कोल है मुख मंत्री समेत राज दे विच घट्टो घट जेडे मंत्री मंडल दे विच किन्ने मंत्री जेडे ने वो होने चाहिए है ना ये भी काफी इंपॉर्टेंट है बेटा काफी बार इस तरह के क्वेश्चन ने जेडे एग्जाम दे विच पूछे जाते हैं तो मुख मंत्री समेत राज दे विच खास करके जेडे स्टेट हैगी स्टेट दे विच घट्टो घट मंत्री मंडल हैगा काउंसिल ऑफ मिनिस्टर दे विच किन्ने मंत्री होने चाहिए तुहानू मैं क्लास दे विच करवाया सी है ना कि मैक्सिमम किन्ने होणगे मैक्सिमम किन्ने हुंदे आ जी 91st अमेंडमेंट के अकॉर्डिंग 91st अमेंडमेंट हुई सी है ना तो 91st अमेंडमेंट 2003 दे विच केड़ी किन्ने जेडे हैगे ने स्ट्रेंथ हो सकदी आ तो किन्नी सीगी जी टोटल जिन्ने लैजिस्लेटिव असैंबली होगी लैजिस्लेटिव असैंबली का 15% ये भी पूछ सकते हैं ठीक है लैजिस्लेटिव दा असैंबली का 15% जिन्ना बनूगा ओदी मैक्सिमम स्ट्रेंथ होगी बट जे पूछन मिनिमम किन्ने होणगे तो मिनिमम तो आंसर आ जाऊगा जी 12 ठीक है तो मिनिमम जेडे हैगे ने वो मंत्री किन्ने हो सकते हैं काउंसिल ऑफ मिनिस्टर दे मिनिमम 12 हो सकते हैं ते वध तो वध किन्ने हो सकते हैं जिन्ने विधान सभा के कुल बंदे हैगे ने उन्हां दा 15% ठीक है जी काउंसिल ऑफ मिनिस्टर का इत्थे जिक्र आया तो इत्थे तुसी बेटा जी 163 आर्टिकल ठीक है जिहदे च आख्या गया हैगा कि गवर्नर की एडवाइस दे लई गवर्नर नूं एडवाइस करन दे लई एड करन दे लई जिहड़ा हैगा कौन होऊगा जी काउंसिल ऑफ मिनिस्टर होगी ते नाल ही 164 आर्टिकल दे अकॉर्डिंग जिहड़े हैगे ने अदर प्रोविजन ਜਿਹੜੀਆਂ ਹੈਗੀਆਂ ਮਿਨਿਸਟਰਸ ਨੂੰ ਲੈ ਕੇ ਉਹਦਾ ਜ਼ਿਕਰ ਕੀਤਾ ਗਿਆ ਠੀਕ ਹੈ ਜੀ ਕਲੀਅਰ ਦੈਨ ਬੇਟਾ ਜੀ ਨੈਕਸਟ ਕੁਐਸਚਨ ਆਪਣੇ ਕੋਲ जीएसटी किस सोध ਦੇ ਰਾਹੀਂ ਸ਼ਾਮਲ ਕੀਤਾ ਗਿਆ ਸੀ ਇਹ ਵੀ ਬਹੁਤ ਇੰਪੋਰਟੈਂਟ ਆ ਬੇਟਾ जीएसटी ਹੈ ਜਿਹੜਾ 101 ਸੋਧ ਜਿਹੜੀ ਹੋਈ ਆ ਸਾਡੇ ਕੋਲ 101 ਅਮੈਂਡਮੈਂਟ ਠੀਕ ਹੈ 101 ਅਮੈਂਡਮੈਂਟ ਦੇ ਰਾਹੀਂ जीएसटी ਨੂੰ ਐਡ ਕੀਤਾ ਗਿਆ ਸੀਗਾ जीएसटी ਨੂੰ ਠੀਕ ਹੈ जीएसटी 101 ਅਮੈਂਡਮੈਂਟ ਕਾਫੀ ਇੰਪੋਰਟੈਂਟ ਹੈ ਇਹ देखो जे क्वेश्चन बिल केड़ा सी पहला तां ए ईयर केड़ा सीगा 101 अमेंडमेंट 2016 दे विच होई आ ठीक है 2016 दे विच होई आ जे क्वेश्चन जीएसटी दा जेड़ा अमेंडमेंट बिल नंबर कितना सीगा तां 122 ठीक है 122 जीएसटी दी फुल फॉर्म भी पूछ सकदे आ गुड्स एंड सर्विसेज टैक्स
टैक्स, ठीक है, गुड्स एंड सर्विसेज टैक्स काफी इंपॉर्टेंट है, ध्यान दे विच रखियो। तो जीएसटी दा रिलेटेड बेटा जी साडा जिहड़ा हैगा 122 जिहड़ा है बिल नंबर ते 101 सोध, ठीक है। आर्टिकल जिहड़ा हैगा वो 279 ये आर्टिकल पूछन वैसे इंपॉर्टेंट नहीं है। देन बेटा बाकी जिहड़ी अमेंडमेंट है वो मैं इत्थे तुहानू क्लीयर करवा दिन्नी है। 134 अमेंडमेंट 104 अमेंडमेंट 22 2020 दे विच हुंदी आ, काफी इंपॉर्टेंट आ। इहदे च बेटा जी रिजर्वेशन लोक सभा की जिहड़ी रिजर्वेशन आ तुहानू पता ना, लोक सभा दे विच एससी दीयां ते एसटी लई सीटां राखवीआं ने, ते लोक सभा दे विच एससी दे लई किन्नियां सीटां राखवीआं ने 84 ते एसटी दे लई किन्नियां सीटां राखवीआं ने 47, ठीक है। इन्हां नू ਤੁਹਾਨੂੰ पता होगा कि पहला एक 91 सोध हुई सी 90 ਜਿਹੜੀ ਸਾਡੇ ਕੋਲ ਸੌਰੀ 95 ਸੋਧ ਹੋਈ ਸੀ। 95 ਸੋਧ ਦੇ ਰਾਹੀਂ ਬੇਟਾ ਜੀ ਸਾਡੇ ਕੋਲ ਜਿਹੜੀਆਂ ਐਸਟੀ ਤੇ ਐਸਸੀ ਦੀਆਂ ਸੀਟਾਂ ਸੀਗੀਆਂ ਉਹ 20 ਤੱਕ ਰਾਖਵੀਆਂ ਕੀਤੀਆਂ ਗਈਆਂ ਸੀ। 20 ਦੇ ਵਿੱਚ ਫਿਰ ਇਹਨਾਂ ਨੂੰ ਰਿਵਾਈਜ਼ ਕਰਨਾ ਸੀ ਤਾਂ ਜਿਹੜੀਆਂ ਸ਼ਡਿਊਲ ਕਾਸਟ ਦੇ ਲਈ ਤੇ ਸ਼ਡਿਊਲ ਟ੍ਰਾਈਬ ਦੇ ਲਈ ਸੀਟਾਂ ਸੀਗੀਆਂ ਫਿਰ ਉਹਨਾਂ ਨੂੰ 84 ਤੇ 47 ਕਰਕੇ ਹੁਣ 2030 ਤੱਕ ਫ੍ਰੀਜ਼ ਕਰ ਦਿੱਤਾ ਗਿਆ, ਠੀਕ ਹੈ। ਹੁਣ 31 ਦੇ ਵਿੱਚ ਇਹਨੂੰ ਰਿਵਾਈਜ਼ ਕਰਕੇ ਜਿੰਨੀਆਂ ਸੀਟਾਂ ਬਣਨਗੀਆਂ ਉਹ ਦੇਖਾਂਗੇ, बट ਜਿਹੜੀਆਂ ਫਿਲਹਾਲ ਹੈਗੀਆਂ ਨੇ ਉਹ ਕਿੰਨੀਆਂ ਨੇ ਜੀ 84 ਤੇ 47, ਠੀਕ ਹੈ ਜੀ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਦੈਨ ਬੇਟਾ ਜੀ 102 ਜਿਹੜਾ ਹੈਗਾ ਅਮੈਂਡਮੈਂਟ 2018 ਦੇ ਵਿੱਚ ਹੋਈ ਆ ਇਹ ਅਮੈਂਡਮੈਂਟ, ਠੀਕ ਹੈ ਜੀ। ਇਹਦੇ ਵਿੱਚ ਐਨਸੀਬੀ ਬਣਾਈ ਗਈ ਹੈ। ਐਨਸੀਬੀ ਕੀ ਹੈਗੀ ਆ ਬੇਟਾ ਜੀ, ਨੈਸ਼ਨਲ ਕਮਿਸ਼ਨ ਫॉर बीसी, ਨੈਸ਼ਨਲ ਕਮਿਸ਼ਨ फॉर बीसी, ठीक है। ਤੇ 103 ਦੇ ਵਿੱਚ ਬੇਟਾ ਕੀ ਹੈਗਾ, ਇਹ ਬਹੁਤ ਇੰਪੋਰਟੈਂਟ ਆ, 10% ਰਾਖਵਾਂਕਰਨ ਕੀਤਾ ਗਿਆ ਹੈਗਾ 10% मतलब 10% ਰਾਖਵਾਂਕਰਨ ਕੀਤਾ ਗਿਆ ਕਿੰਨਾ ਦੇ ਲਈ ਜੀ, EWS ਕੋਟਾ, ਇਕਨੋਮਿਕਲੀ ਵੀਕਰ ਸੈਕਸ਼ਨ, ਜਿਹਦਾ ਤੁਹਾਨੂੰ ਪੇਪਰਾਂ ਦੇ ਵਿੱਚ ਕੋਟਾ ਮਿਲ ਰਿਹਾ ਹੈਗਾ, ਠੀਕ ਹੈ ਜੀ। ਨੈਕਸਟ ਆ ਬੇਟਾ ਜੀ ਕਿਹੜਾ ਵਿਸ਼ਾ ਰਾਜ ਸੂਚੀ ਦੇ ਨਾਲ ਸੰਬੰਧਿਤ ਆ, ਠੀਕ ਹੈ ਜੀ। ਜਿਹੜੀ ਸਟੇਟ ਲਿਸਟ ਆ, ਯੂਨੀਅਨ ਲਿਸਟ ਆ ਤੇ ਕੰਕਰੈਂਟ ਲਿਸਟ ਆ, ਇਹਨਾਂ ਦੇ ਵਿੱਚੋਂ ਵੀ ਕੁਐਸਚਨ ਪੁੱਛ ਲਏ ਜਾਂਦੇ ਆ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਬੇਟਾ ਜੀ ਸਾਡੇ ਲਈ ਵਿਸ਼ਾ ਰਾਜ ਸੂਚੀ ਦੇ ਨਾਲ ਸੰਬੰਧਿਤ ਹੈਗਾ ਉਹ ਹੈਗਾ ਭੂਮੀ ਤੇ ਇਮਾਰਤਾਂ, ਠੀਕ ਹੈ। ਭੂਮੀ ਤੇ ਇਮਾਰਤਾਂ ਯਾਨੀ ਕਿ ਜਿਸਦੀ ਗੱਲ ਕਰੀਏ ਲੈਂਡ ਐਂਡ ਬਿਲਡਿੰਗ, लैंड एंड बिल्डिंग, ठीक है जी, लैंड एंड बिल्डिंग। जे असी जिहड़ी साडे कोल पॉपूलेशन कंट्रोल एंड फैमिली है, जनसंख्या कंट्रोल ते परिवार, ये साडे कोल किहदे विच हैगा जी, कंकरेंट लिस्ट, ठीक है। कंकरेंट लिस्ट यानी कि समवर्ती सूची। रोजगार भी कंकरेंट लिस्ट, ठीक है जी। ते रेलवे साडे कोल आ जांदा हैगा यूनियन लिस्ट दे अंडर ही, ठीक है जी। मतलब रेलवे हो गया ना, रेलवे दे नाल रिलेटेड जिन्ने भी होणगे वो सारे यूनियन लिस्ट दे विच ही साडे कोल आउणगे। इस तो बिना बेटा जी कई बार क्योंकि साडे कोल इत्थे स्टेट लिस्ट मेन आखी गई है ना, तो स्टेट लिस्ट दे विच जेड़े-जेड़े विषय इंपॉर्टेंट होणगे मैं एक बार लिख दिंदी हां किहड़े-किहड़े विषय स्टेट लिस्ट दे इंपॉर्टेंट ने। पब्लिक ऑर्डर हो गया, पुलिस हो गया, ठीक है जी। प्राइजनमेंट हो गया यानी जेलां हो गया, स्टॉक एक्सचेंज हो गया, ठीक है जी। लोकल सेल्फ गवर्नमेंट होगी ਜਾਂ ठीक है भी काफी बार पूछ लिया जाता लोकल गवर्नमेंट किहदे च, ਤਾਂ लोकल गवर्नमेंट आ ਜਿਹੜੀ ਪੰਚਾਇਤੀ ਰਾਜ ਉਹ ਸਾਰੇ ਇਹਦੇ ਕੰਸੀਡਰ ਕਰਾਂਗੇ ਅਸੀਂ, ठीक है। ਇਹ ਇੰਪੋਰਟੈਂਟ ਨੇ। ਤੇ ਟੈਕਸਸ ਔਨ ਲੈਂਡ ਐਂਡ ਬਿਲਡਿੰਗ, ਟੈਕਸਸ ਦਾ ਜਿਹੜਾ ਭੂਮੀ ਦੇ ਉੱਪਰ ਤੇ ਬਿਲਡਿੰਗ ਦੇ ਉੱਪਰ, that is also part of state list। then बेटा जी अनुसूचित कबीले ਦੀਆਂ ਕਿੰਨੀਆਂ ਸੀਟਾਂ ਲੋਕ ਸਭਾ ਦੇ ਵਿੱਚ ਰਾਖਵੀਆਂ ਰੱਖੀਆਂ ਗਈਆਂ ਨੇ। अनुसूचित ਕਬੀਲਾ यानी शेड्यूल ट्राइब, ठीक है। शेड्यूल ट्राइब ਦੀਆਂ ਕਿੰਨੀਆਂ ਨੇ ਜੀ 47। ਵੈਸੇ ਵੀ ਜਿਹੜੀਆਂ ਲੋਕ ਸਭਾ ਦੀਆਂ ਟੋਟਲ ਸੀਟਾਂ ਨੇ ਕਿੰਨੀਆਂ ਨੇ 543 ਨੇ ਸਾਡੇ ਕੋਲ ਮੌਜੂਦਾ, ਕਿਉਂਕਿ ਦੋ ਐਂਗਲੋ ਇੰਡੀਅਨ ਜਿਹੜੇ ਹੈਗੇ ਨੇ ਉਹ ਸੀਟਾਂ ਖਤਮ ਕਰ ਦਿੱਤੀਆਂ ਗਈਆਂ ਸੀ ਨਾ, ਤੁਹਾਨੂੰ ਕਲੀਅਰ ਹੋਣਾ ਚਾਹੀਦਾ 134 ਸੋਧ ਦੇ ਰਾਹੀਂ। ਤੇ 553 ਟੋਟਲ ਨੇ, ਤਾਂ ਇਹਦੇ ਵਿੱਚੋਂ 131 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਰਾਖਵੀਆਂ ਨੇ, ਰਿਜ਼ਰਵਡ ਨੇ, ठीक है। ਜਿਹਦੇ ਵਿੱਚੋਂ ਮੌਜੂਦਾ ਸਾਡੇ ਕੋਲ 47 ਐਸਟੀ ਦੇ ਲਈ ਤੇ 84 ਜਿਹੜੀਆਂ ਹੈਗੀਆਂ ਐਸਸੀ ਦੇ ਲਈ ਰਾਖਵੀਆਂ ਕੀਤੀਆਂ ਗਈਆਂ ਨੇ, ਠੀਕ ਹੈ ਜੀ। ਤੇ ਇਹ ਜਿਹੜਾ ਇਹ ਗਿਣਤੀ ਹੈਗੀ ਹੈ ਡਿਸਾਈਡ ਕੌਣ ਕਰਦਾ ਹੈਗਾ, ਡੀਲਿਮਿਟੇਸ਼ਨ ਕਮਿਸ਼ਨ ਆਫ ਇੰਡੀਆ, ठीक है। ਹੁਣ ਜਿਹੜੀਆਂ ਇਹ ਹੈਗੀਆਂ 47 ਤੇ 84 ਇਹ 2030 ਤੱਕ ਫ੍ਰੀਜ਼ ਕਰ ਦਿੱਤੀਆਂ ਗਈਆਂ ਨੇ, ठीक है। 2030 ਤੱਕ ਫ੍ਰੀਜ਼ ਕੀਤੀਆਂ ਗਈਆਂ ਨੇ। ਤੇ ਕਿਹੜੀ ਸੋਧ ਦੇ ਰਾਹੀਂ ਕੀਤੀਆਂ ਗਈਆਂ ਨੇ ਬੇਟਾ ਜੀ, ਲੇਟੈਸਟ ਸੋਧ ਹੈਗੀ 104 ਜਿਹੜੀ ਕਿ 2020 ਦੇ ਵਿੱਚ ਹੋਈ ਸੀ।
देन नेक्स्ट क्वेश्चन है बेटा जी अपने को, इंटरनेशनल कोर्ट ऑफ जस्टिस का स्थान किथे आ? तो इंटरनेशनल कोर्ट ऑफ जस्टिस का स्थान बेटा जी हैगा साडे कोल हेग, ठीक है, हेग दे विच। हेग किथे है? नीदरलैंड। ਤੇ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈਗਾ ਯੂਐਨਓ ਦੇ ਜਿਹੜੇ 6 ਅੰਗ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਆ, ਨੀਦਰਲੈਂਡ ਦੇ ਵਿੱਚ ਇਹਦਾ ਹੈੱਡਕੁਆਰਟਰ ਆ। ਰੋਮ ਦੀ ਗੱਲ ਕਰਦੇ ਆ ਤਾਂ ਰੋਮ ਬੇਟਾ ਜੀ FAO ਜਾਨੀ ਕਿ ਫੂਡ ਐਂਡ ਐਗਰੀਕਲਚਰ, ਫੂਡ ਐਂਡ ਐਗਰੀਕਲਚਰ, ਠੀਕ ਹੈ, ਫੂਡ ਐਂਡ ਐਗਰੀਕਲਚਰ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ ਉਹਦਾ ਹੈੱਡਕੁਆਰਟਰ ਆ। ਨਿਊਯਾਰਕ ਦੀ ਗੱਲ ਕਰਦੇ ਆ ਤਾਂ ਯੂਐਨਓ ਦਾ ਹੈੱਡਕੁਆਰਟਰ ਆ, ਠੀਕ ਹੈ। यूनाइटेड नेशन ऑर्गेनाइजेशन का जिनेवा की गल करते हैं तो WHO यानी कि वर्ल्ड हेल्थ ऑर्गेनाइजेशन का हैडक्वार्टर। नेक्स्ट है बेटा जी अपने को यूएन सिक्योरिटी काउंसिल के अस्थाई मैंबरों का कार्यकाल कितना हुंदा? यूएन दी हैगी है जिहड़ी सिक्योरिटी काउंसिल आ, तुहानूं क्लास दे विच मैं सब करवा चुकी हां ना। सिक्योरिटी काउंसिल आ जिहड़े 6 ऑर्गन ने उन्हां दे विचों एक महत्वपूर्ण ऑर्गन आ जिहदे च टोटल 15 मैंबर हुंदे ने, ठीक है, जिहदे विचों 5 मैंबर जिहड़े ने परमानेंट आ। 5 मैंबर जिहड़े हैगे ने वो परमानेंट ने बेटा जी, ठीक है। वो किहड़े-किहड़े ने जी 5 मैंबर जिहड़े परमानेंट ने? दैट इज द चाइना, फ्रांस, रशिया, ठीक है, रशियन फेडरेशन हो गया, यूके एंड US, ठीक है। ये 5 परमानेंट ने। बट इस तो बिना बेटा जी जिहड़े 10 मैंबर हैगे ने वो 2-2 साल दे लई चुने जांदे आ, 2 साल दे लई, ठीक है। 2 साल दे लई नॉन परमानेंट मैंबर हुंदे आ जिहड़े चुने जांदे आ, नॉन परमानेंट मैंबर, नॉन परमानेंट मैंबर ने। ते भारत रीसेंट ना ध्यान दे विच रखियो कि भारत मौजूदा इहदा मैंबर हैगा, ठीक है जी। देन बेटा जी ये चेक करना जदों तुहाडा एग्जाम होगा उस तो पहला एक बार चेक करके जाओ, क्योंकि उदों तक बदल जाण सिचुएशन, उहदे बारे आपां कुछ आख नहीं सकते, ठीक है जी, क्लीयर। देन बेटा जी सब तुहाडा इत्थे बनदा हैगा कि 2 साल दे लई जिहड़े स्थाई मैंबर चुने जांदे आ। मेन एम सीगा कि 2 साल दे लई 5 परमानेंट ने, 10 मैंबर आ जिहड़े 2-2 साल दे लई चुने जांदे ने। नेक्स्ट है बेटा जी इंडो पाक युद्ध के समय कौन जिहड़ा सीगा वो प्रधानमंत्री सीगा, ठीक है। कौन प्रधानमंत्री सीगा जी? लाल बहादुर शास्त्री, ठीक है जी। लाल बहादुर शास्त्री है जिहड़े 1964 विच जदों जवाहरलाल नेहरू जी मर जाते हैं, डेथ हो जाती है, तो उस तो बाद जिहड़ा हैगा 1964 टू 65 तक जिहड़े हैगे ने वो प्रधानमंत्री रहिंदे आ, ठीक है जी। लाल बहादुर शास्त्री दूजे प्रधानमंत्री सीगे, ठीक है, दूजे प्रधानमंत्री से ध्यान दे विच रखियो। ते इंडो पाक युद्ध हुंदा जदों 1965 वाला उदों यही प्रधानमंत्री सीगे। जिहड़ा इंपॉर्टेंट पॉइंट इत्थे तुसीं होर याद रखना, जय जवान जय किसान, जय जवान जय किसान, जय जवान जय किसान जिहड़ा नारा सी, स्लोगन सीगा, वो लाल बहादुर शास्त्री के द्वारा ही दिता गया सीगा। एक होर इंपॉर्टेंट पॉइंट, ये पहले प्रधानमंत्री सी जिन्हां दी डेथ जो अपने ऑफिस के ड्यूरिंग ही बाहर जाके हुंदी है, ठीक है। तो ताशकंद दे विच जिहड़ी इन्हां दी डेथ हो जाती है, ते फर्स्ट PM सीगे जिहड़े डाए ने अब्रॉड होए आ, बाहर जाके जिन्हां दी डेथ हुंदी है। बाकियां दे बारे थोड़ा जिहा दस्सां, जवाहरलाल नेहरू लॉन्गेस्ट टन्योर, ठीक है, लॉन्गेस्ट टन्योर 17 साल जिहड़े हैगे ने PM रहे ने, फर्स्ट PM ने। इंदिरा गांधी की गल करते हैं, फर्स्ट फीमेल PM, फर्स्ट फीमेल PM, पहली राज्यसभा की मैंबर PM भी यही सी, ठीक है। राजीव गांधी ने सब तो छोटी उम्र के जिहड़े हैगे ने PM, ते नाल ही बेटा जी इन्हां दे समय ते जिहड़ी 52वीं सोध हुई है ना, जिहड़ी इंपॉर्टेंट मन्नी जाती हैगी, ते नाल ही बेटा जी जिहड़ी 61वीं सोध आ जिहदे च एज अडल्ट सफेज की एज हैगी आ वो 21 तो 18 साल की गई, वो भी राजीव गांधी के समय ते हुई है। नेक्स्ट क्वेश्चन बेटा अपने कोल केड़ी यूएनओ दी स्पैशलाइज्ड एजेंसी नहीं आ? जे असीं यूएनओ यूनाइटेड नेशन ऑर्गेनाइजेशन दी एजेंसीज दी गल करदे आ तां टोटल 17 स्पैशलाइज्ड एजेंसीज ने, जिन्हां दे विच साडे कोल फूड एंड एग्रीकल्चर ऑर्गेनाइजेशन आउंदी है, बिल्कुल सही है। यूनेस्को आ जांदी है, यानी कि यूनाइटेड नेशन एजुकेशनल साइंटिफिक एंड कल्चरल ऑर्गेनाइजेशन, वर्ल्ड हेल्थ ऑर्गेनाइजेशन आ जाती है, बट इहदे च इंटरनेशनल क्रिमिनल कोर्ट नहीं आउंदी, ठीक है। वैसे भी ये जिहड़ी हैगी कोई एजेंसी नहीं हैगी, ठीक है, ये एजेंसी नहीं हैगी, तो इस करके साडा आंसर बने इंटरनेशनल क्रिमिनल कोर्ट। सॉरी, साडे कोल बेटा इंटरनेशनल कोर्ट ऑफ जस्टिस जरूर है, इंटरनेशनल कोर्ट ऑफ जस्टिस, ठीक है।
ਇਹ ਵੀ ਬੇਟਾ ਜਿਹੜੀ ਸਪੈਸ਼ਲਾਈਜ਼ਡ ਏਜੰਸੀ ਨਹੀਂ ਆ ਬਲਕਿ UNO ਦੇ 6 ਆਰਗਨਸ ਦੇ ਵਿੱਚੋਂ ਇੱਕ ਆਰਗਨ ਆ, ਠੀਕ ਹੈ, ਜਿਹਦਾ ਹੈੱਡਕੁਆਟਰ ਕਿੱਥੇ ਹੈਗਾ ਜੀ, ਹੇਗ ਦੇ ਵਿੱਚ ਨੀਦਰਲੈਂਡ, ਠੀਕ ਹੈ ਜੀ। ਨੈਕਸਟ ਕੁਐਸਚਨ ਆ ਬੇਟਾ ਜੀ ਆਪਣੇ ਕੋਲ ਕਿਹੜਾ UNO ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। ਮੌਜੂਦਾ ਜੇ ਅਸੀਂ ਗੱਲ ਕਰਦੇ ਹਾਂ ਪਹਿਲਾਂ ਹੀ ਦੱਸਿਆ ਕਿ UNO ਦਾ ਸੁਰੱਖਿਆ ਸਿਕਿਉਰਿਟੀ ਕਾਉਂਸਲ ਦਾ ਜਿਹੜਾ ਮੌਜੂਦਾ ਮੈਂਬਰ ਹੈਗਾ ਉਹ ਭਾਰਤ ਆ, ਠੀਕ ਹੈ, ਭਾਰਤ ਦਾ ਜਿਹੜਾ ਮੌਜੂਦਾ ਮੈਂਬਰ ਆ। ਕਲੀਅਰ ਜੀ, 2 ਸਾਲ ਦੇ ਟਾਈਮ ਪੀਰੀਅਡ ਦੇ ਲਈ ਚੁਣੇ ਜਾਂਦੇ ਨੇ। ਨੈਕਸਟ ਆ ਬੇਟਾ ਜੀ ਆਪਣੇ ਕੋਲ ਸਭ ਤੋਂ ਪੁਰਾਣੀ ਹਾਈ ਕੋਰਟ ਕਿਹੜੀ ਆ, ਤਾਂ ਸਭ ਤੋਂ ਪੁਰਾਣੀ ਹਾਈ ਕੋਰਟ ਹੈ ਜੀ ਕਲਕੱਤਾ, ਠੀਕ ਹੈ, ਕਲਕੱਤਾ। ਜੇ ਐਗਜ਼ੈਕਟ ਟਾਈਮ ਪੀਰੀਅਡ ਦੀ ਗੱਲ ਕਰਦੇ ਆ ਕਿਤੇ ਕਿਤੇ 2 ਜੁਲਾਈ ਦਿੱਤਾ ਹੁੰਦਾ, ਕਿਤੇ ਕਿਤੇ 1 ਜੁਲਾਈ ਦਿੱਤਾ ਹੁੰਦਾ, ਤੁਸੀਂ ਮੇਨ ਧਿਆਨ ਦੇ ਵਿੱਚ ਰੱਖਿਓ 1862 ਦੇ ਵਿੱਚ, ਜੁਲਾਈ 1862 ਦੇ ਵਿੱਚ ਕਲਕੱਤਾ ਹਾਈ ਕੋਰਟ ਆ ਜਿਹੜੀ ਉਹ ਸਥਾਪਿਤ ਹੁੰਦੀ ਹੈ, ਸਭ ਤੋਂ ਪਹਿਲੀ ਹਾਈ ਕੋਰਟ ਆ। ਬਟ 1862 ਦੇ ਵਿੱਚ ਹੀ ਸਾਡੇ ਕੋਲ ਬੰਬੇ ਹਾਈ ਕੋਰਟ ਵੀ ਬਣਦੀ ਆ ਤੇ 1862 ਦੇ ਵਿੱਚ ਹੀ ਸਾਡੇ ਕੋਲ ਮਦਰਾਸ ਹਾਈ ਕੋਰਟ ਵੀ ਬਣਦੀ ਆ, ਠੀਕ ਹੈ। ਬਟ ਇਹ ਦੋਨੋਂ ਹਾਈ ਕੋਰਟਸ ਨੇ ਜਿਹੜੀਆਂ ਅਗਸਤ ਦੇ ਵਿੱਚ ਬਣਦੀਆਂ, ਠੀਕ ਹੈ। ਇਹਨਾਂ ਦਾ ਵੀ ਜੇ ਮੈਂ ਟਾਈਮ ਪੀਰੀਅਡ ਐਗਜ਼ੈਕਟ ਦੱਸਾਂ ਤਾਂ ਬੰਬੇ ਹਾਈ ਕੋਰਟ 14 ਅਗਸਤ ਨੂੰ, ਜੇ ਪੁੱਛਣ ਦੂਜੇ ਨੰਬਰ ਤੇ ਕਿਹੜੀ ਹਾਈ ਕੋਰਟ ਆ ਤਾਂ ਬੰਬੇ, ਜੇ ਤੀਜੇ ਨੰਬਰ ਤੇ ਪੁੱਛਣ ਤਾਂ 15 ਅਗਸਤ ਨੂੰ ਬਣਦੀ ਹੈਗੀ ਆ ਮਦਰਾਸ ਹਾਈ ਕੋਰਟ, ਠੀਕ ਹੈ ਜੀ। ਕਲੀਅਰ। ਤੇ ਇਲਾਹਾਬਾਦ ਹਾਈ ਕੋਰਟ ਆ ਜਿਹੜੀ ਉਹ 1866 ਦੇ ਵਿੱਚ ਸਥਾਪਿਤ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਆਨਸਰ ਕਿਹੜਾ ਆ ਜਾਂਦਾ, ਸਭ ਤੋਂ 올ਡੈਸਟ ਹੈਗੀ ਆ ਕਲਕੱਤਾ, ਠੀਕ ਹੈ ਜੀ। 1862 ਜੁਲਾਈ 1862 ਦੇ ਵਿੱਚ ਇਹਦੀ ਸਥਾਪਨਾ ਕਰ ਦਿੱਤੀ ਗਈ ਸੀ। ਦੈਨ ਨੈਕਸਟ ਬੇਟਾ ਜੀ ਆਪਣੇ ਕੋਲ ਹੈ ਕਿ ਸਮਵਰਤੀ ਸੂਚੀ, ਠੀਕ ਹੈ ਜੀ। ਸਮਵਰਤੀ ਸੂਚੀ ਜਿਹੜੀ ਸਾਡੇ ਕੋਲ ਹੈ ਕੰਟੈਂਟ ਲਿਸਟ ਆ, ਉਹਦਾ ਆਈਡੀਆ ਅਸੀਂ ਕਿਹੜੇ ਦੇਸ਼ ਤੋਂ ਲਿਆ ਸੀ। ਕਾਫੀ ਇੰਪੋਰਟੈਂਟ ਆ, ਹਮੇਸ਼ਾ ਹੀ ਜਿਹੜੀ ਬੋਰੋਡ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਮਿਲਣ ਦੀ ਪੋਸਿਬਿਲਿਟੀ ਕਾਫੀ ਹੁੰਦੀ ਹੈ, ਕਨਸਟੀਟਿਊਸ਼ਨ ਖਾਸ ਕਰਕੇ ਕਨਸਟੀਟਿਊਸ਼ਨ ਵਾਲੇ ਸਾਰੇ ਟੌਪਿਕ ਦੇ ਵਿੱਚੋਂ, ਠੀਕ ਹੈ। ਜਿਹੜੀ ਕੰਕਰੈਂਟ ਲਿਸਟ ਸੀਗੀ ਉਹਦਾ ਆਈਡੀਆ ਕਿੱਥੋਂ ਲਿਆ ਗਿਆ ਸੀ ਬੇਟਾ ਜੀ, ਆਸਟ੍ਰੇਲੀਆ ਤੋਂ, ਠੀਕ ਹੈ। ਆਸਟ੍ਰੇਲੀਆ ਤੋਂ ਹੋਰ ਕੀ ਲਿਆ ਸੀਗਾ ਜੀ, ਲੈਂਗੁਏਜ ਆਫ ਪ੍ਰੈਂਬਲ, ਠੀਕ ਹੈ। ਪ੍ਰੈਂਬਲ ਵੈਸੇ ਅਸੀਂ ਕਿੱਥੋਂ ਲਿਆ ਕਿ ਪ੍ਰੈਂਬਲ ਹੋਊਗਾ USA ਤੋਂ, ਬਟ ਲੈਂਗੁਏਜ ਆ ਜਿਹੜੀ ਪ੍ਰੈਂਬਲ ਦੀ ਅਸੀਂ ਕਿੱਥੋਂ ਲਈ ਸੀਗੀ ਜੀ, ਆਸਟ੍ਰੇਲੀਆ ਤੋਂ, ਠੀਕ ਹੈ ਜੀ। ਨਾਲ ਹੀ ਕੰਕਰੈਂਟ ਲਿਸਟ ਦੇ ਨਾਲ ਹੀ ਜੁਆਇੰਟ ਸਿਟਿੰਗ, ਠੀਕ ਹੈ। ਲੋਕ ਸਭਾ ਰਾਜ ਸਭਾ ਦੀ ਜੇ ਕਿਸੇ ਚੀਜ਼ ਨੂੰ ਲੈ ਕੇ ਸਪਲਿਟ ਹੁੰਦਾ, ਕਿਸੇ ਬਿੱਲ ਨੂੰ ਲੈ ਕੇ ਸਪਲਿਟ ਹੁੰਦਾ ਤਾਂ ਰਾਸ਼ਟਰਪਤੀ ਜੁਆਇੰਟ ਸਿਟਿੰਗ ਬੁਲਾ ਸਕਦਾ ਜਿਹਦੀ ਪ੍ਰਧਾਨਗੀ ਸਪੀਕਰ ਕਰੂਗਾ। ਇਹ ਆਈਡੀਆ ਜੁਆਇੰਟ ਸਿਟਿੰਗ ਦਾ ਵੀ ਅਸੀਂ ਆਸਟ੍ਰੇਲੀਆ ਤੋਂ ਲਿਆ ਸੀ। ਨਾਲ ਹੀ ਸਾਡੀ ਕੰਕਰੈਂਟ ਲਿਸਟ ਵੀ ਕਿੱਥੋਂ ਲਈ ਗਈ ਹੈਗੀ ਆ, ਆਸਟ੍ਰੇਲੀਆ ਤੋਂ, ਠੀਕ ਹੈ ਜੀ। ਜੇ ਅਸੀਂ ਬੇਟਾ ਸਾਊਥ ਅਫਰੀਕਾ ਦੀ ਗੱਲ ਕਰਦੇ ਹਾਂ ਤਾਂ ਸਾਊਥ ਅਫਰੀਕਾ ਤੋਂ ਅਸੀਂ ਕੀ ਲਿਆ ਸੀਗਾ ਜੀ, ਅਮੈਂਡਮੈਂਟ, ਸੋਧ ਕਰਨ ਦਾ ਤਰੀਕਾ, ਠੀਕ ਹੈ। ਆਰਟੀਕਲ 368 ਭਾਗ 20ਵਾਂ, ਠੀਕ ਹੈ ਜੀ। ਕੈਨੇਡਾ ਤੋਂ ਅਸੀਂ ਕੀ ਲਿਆ ਹੋਇਆ, ਕੈਨੇਡਾ ਤੋਂ ਬੇਟਾ ਜੀ ਅਸੀਂ ਲਿਆ ਹੋਇਆ ਹੈਗਾ ਕੁਆਸੀ ਫੈਡਰਲ ਸਿਸਟਮ, ਸਟਰੋਂਗ ਸੈਂਟਰ ਹੋਊਗਾ ਬਟ ਫੈਡਰੇਸ਼ਨ ਹੋਊਗੀ, ਕੁਆਸੀ ਫੈਡਰਲ ਸਿਸਟਮ, ਠੀਕ ਹੈ ਜੀ। ਨਾਲ ਹੀ ਬੇਟਾ ਜੀ ਜਿਹੜੀਆਂ ਸਾਡੇ ਕੋਲ ਰੈਜ਼ੀਡੂਅਲ ਪਾਵਰ ਹੈਗੀਆਂ ਨੇ, ਐਡਵਾਈਜ਼ਰੀ ਯੂਰੀਡਿਕਸ਼ਨ ਆ, ਠੀਕ ਹੈ। ਐਡਵਾਈਜ਼ਰੀ ਯੂਰੀਡਿਕਸ਼ਨ, ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈਗਾ ਆਰਟੀਕਲ 143 ਦੇ ਅਕੋਰਡਿੰਗ, ਠੀਕ ਹੈ ਜੀ। ਤੇ ਨਾਲ ਹੀ ਰੈਜ਼ੀਡੂਅਲ ਪਾਵਰਸ, ਬਚੀਆਂ ਹੋਈਆਂ ਸ਼ਕਤੀਆਂ ਨੇ ਜਿਹੜੀਆਂ ਸੈਂਟਰ ਦੇ ਕੋਲ, ਯੂਨੀਅਨ ਦੇ ਕੋਲ, ਰੈਜ਼ੀਡੂਅਲ ਪਾਵਰ ਦਾ ਆਈਡੀਆ, ਠੀਕ ਹੈ, ਆਰਟੀਕਲ 248, ਠੀਕ ਹੈ। ਇਹ ਅਸੀਂ ਕਿੱਥੋਂ ਲਿਆ ਹੋਇਆ, ਕੈਨੇਡਾ ਤੋਂ। ਦੈਨ ਬੇਟਾ ਜੀ ਜਰਮਨੀ ਤੋਂ ਜੇ ਪੁੱਛਣਾ ਹੈ ਤਾਂ ਜਰਮਨੀ ਤੋਂ ਕਿਹੜੀ ਪਾਵਰ ਲਈ ਗਈ ਹੈਗੀ ਆ ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ, ਠੀਕ ਹੈ, ਫੰਡਾਮੈਂਟਲ ਰਾਈਟਸ ਨੇ ਉਹ ਸਸਪੈਂਡ ਹੋ ਜਾਂਦੇ ਆ ਕਦੋਂ, ਜਦੋਂ ਵੀ ਨੈਸ਼ਨਲ ਐਮਰਜੈਂਸੀ ਜਾਂ ਕੋਈ ਜਿਹੜੀ ਐਮਰਜੈਂਸੀ ਘੋਸ਼ਿਤ ਕੀਤੀ ਜਾਂਦੀ ਹੈ, ਠੀਕ ਹੈ ਜੀ। ਤਾਂ ਜਦੋਂ ਵੀ ਐਮਰਜੈਂਸੀ ਘੋਸ਼ਿਤ ਕੀਤੀ ਜਾਊਗੀ ਤਾਂ ਉਸ ਟਾਈਮ ਤੇ ਜਿਹੜਾ ਰਾਸ਼ਟਰੀ ਸੰਕਟ ਕਾਲ ਦੇ ਤੌਰ ਤੇ, ਨੈਸ਼ਨਲ ਐਮਰਜੈਂਸੀ ਦੇ ਤੌਰ ਤੇ ਜਿਹੜੇ ਤੁਹਾਡੇ ਫੰਡਾਮੈਂਟਲ ਰਾਈਟਸ ਨੇ ਉਹ ਸਸਪੈਂਡ ਹੋ ਜਾਂਦੇ ਆ, ਐਕਸੈਪਟ 2, ਸਿਰਫ 2 ਨੂੰ ਛੱਡ ਕੇ। 2 ਜਿਹੜੇ ਹੈਗੇ ਨੇ ਆਰਟੀਕਲ 20 ਤੇ 21, ਠੀਕ ਹੈ। ਖਾਸ ਜੇ ਤੁਹਾਨੂੰ ਅਫੈਂਸ ਆ ਤਾਂ ਅਫੈਂਸ ਨਾਲ ਰਿਲੇਟਡ, ਤੇ ਨਾਲ ਹੀ 21 ਜਿਹੜਾ ਹੈਗਾ ਆਰਟੀਕਲ ਰਾਈਟ ਟੂ ਲਾਈਫ, ਠੀਕ ਹੈ, ਐਂਡ ਲਿਬਰਟੀ, ਇਹ ਤੁਹਾਡਾ ਸਸਪੈਂਡ ਨਹੀਂ ਹੁੰਦਾ, ਜਿਉਂ ਦਾ ਅਧਿਕਾਰ ਤੋਂ ਖੋਇਆ ਜਾ ਸਕਦਾ, ਬਾਕੀ ਸਾਰੇ ਸਸਪੈਂਡ ਹੋ ਜਾਂਦੇ ਆ। ਅਸੀਂ ਕਿੱਥੋਂ ਲਿਆ ਸੀ ਜੀ, ਜਰਮਨੀ ਤੋਂ। ਕਲੀਅਰ। ਨੈਕਸਟ ਹੈਗਾ ਬੇਟਾ ਜੀ ਸਾਡੇ ਕੋਲ ਲਾਸਟ ਕੁਐਸਚਨ, ਘੱਟ ਗਿਣਤੀ ਦੇ ਹੱਕਾਂ ਦੀ ਰੱਖਿਆ ਦਾ ਅਨੁਛੇਦ ਕਿਹੜਾ ਹੈ, ਠੀਕ ਹੈ। ਇੰਟਰਸਟ ਆਫ ਮਾਈਨੋਰਿਟੀ, ਪ੍ਰੋਟੈਕਸ਼ਨ ਆਫ ਇੰਟਰਸਟ ਆਫ ਮਾਈਨੋਰਿਟੀ ਦੇ ਨਾਲ ਰਿਲੇਟਡ ਆਰਟੀਕਲ ਹੈਗਾ ਤੁਹਾਡਾ 29। ਜਿਹੜਾ ਆਰਟੀਕਲ ਬੇਟਾ 17 ਹੈਗਾ, ਆਰਟੀਕਲ 17 ਦੇ ਵਿੱਚ ਹੈਗਾ ਵਾਇਲੇਸ਼ਨ ਆਫ ਅਨਟਚੇਬਿਲਿਟੀ, ਛੂਤ-ਛਾਤ ਦਾ ਖਾਤਮਾ, ਪੰਜਾਬੀ ਦੇ ਵਿੱਚ ਛੂਤ-ਛਾਤ ਦਾ ਖਾਤਮਾ, ਵਾਇਲੇਸ਼ਨ ਆਫ ਅਨਟਚੇਬਿਲਿਟੀ, ਠੀਕ ਹੈ। ਆਰਟੀਕਲ 23 ਦੇ ਵਿੱਚ ਕੀ ਹੈਗਾ ਬੇਟਾ, ਪ੍ਰੋਹਿਬਿਸ਼ਨ ਆਫ ਟ੍ਰੈਫਿਕਿੰਗ, ਹਿਊਮਨ ਟ੍ਰੈਫਿਕਿੰਗ ਐਂਡ ਫੋਰਸਡ ਲੇਬਰ, ਬੰਧੂਆ ਮਜ਼ਦੂਰੀ,
ਤੇ ਨਾਲ ਹੀ ਜਿਹੜੀ ਹਿਊਮਨ ਟ੍ਰੈਫਿਕਿੰਗ ਹੈਗੀ ਆ, ਠੀਕ ਹੈ, ਉਹਨੂੰ ਰੋਕਣ ਦੇ ਲਈ, ਠੀਕ ਹੈ, ਹਿਊਮਨ ਟ੍ਰੈਫਿਕਿੰਗ ਨੂੰ ਰੋਕਣ ਦੇ ਲਈ। ਦੈਨ ਆਰਟੀਕਲ ਬੇਟਾ 30 ਵੀ ਜਿਹੜਾ ਹੈਗਾ ਉਹ ਕਲਚਰਲ ਐਂਡ ਐਜੂਕੇਸ਼ਨ ਰਾਈਟ ਹੈ, ਧਿਆਨ ਦੇ ਵਿੱਚ ਰੱਖਿਓ 29 ਤੇ 30, ਠੀਕ ਹੈ, 29 ਵੀ ਤੇ 30 ਵੀ, ਇਹ ਦੋਨੋਂ ਜਿਹੜੇ ਰਾਈਟ ਹੈਗੇ ਨੇ ਇਹ ਸਾਡੇ ਕਿਹਦੇ ਵਿੱਚ ਆਉਂਦੇ ਨੇ, ਕਲਚਰਲ ਐਂਡ ਐਜੂਕੇਸ਼ਨਲ ਰਾਈਟ ਆ। ਜਿਹੜਾ ਆਰਟੀਕਲ 30 ਹੈਗਾ ਬੇਟਾ ਜੀ, ਜਿਹੜਾ ਆਰਟੀਕਲ 29 ਆ ਉਹ ਕੀ ਕਰਦਾ ਹੈਗਾ, ਇੰਟਰਸਟ ਪ੍ਰੋਟੈਕਟ ਕਰਦਾ ਮਾਈਨੋਰਿਟੀ ਦੇ, ਜਦੋਂ ਕਿ ਜਿਹੜਾ ਸਾਡਾ ਆਰਟੀਕਲ ਜਿਹੜਾ ਆਰਟੀਕਲ ਸਾਡੇ ਕੋਲ 30 ਹੈਗਾ, ਆਰਟੀਕਲ 30 ਸਾਨੂੰ ਕੀ ਪ੍ਰੋਵਾਈਡ ਕਰਦਾ ਹੈਗਾ ਕਿ ਜਿਹੜੇ ਮਾਈਨੋਰਿਟੀ ਹੈਗੀ ਆ ਉਹਨਾਂ ਕੋਲ ਇਸਟੈਬਲਿਸ਼ ਕਰਨ ਦਾ, ਮਾਈਨੋਰਿਟੀ ਕੋਲ ਰਾਈਟ ਹੈ ਟੂ ਇਸਟੈਬਲਿਸ਼ ਐਂਡ ਐਡਮਿਨਿਸਟਰਡ, ਠੀਕ ਹੈ, ਕੀ ਐਡਮਿਨਿਸਟ੍ਰੇਸ਼ਨ ਕਰ ਸਕਦੇ ਹੋ ਜੀ ਤੁਸੀਂ, ਐਜੂਕੇਸ਼ਨਲ ਇੰਸਟੀਟਿਊਸ਼ਨ, ਠੀਕ ਹੈ, ਕੋਈ ਵੀ ਜਿਹੜੀ ਸਿੱਖਿਆ ਸੰਸਥਾ ਹੈਗੀ ਉਹਨੂੰ ਸਥਾਪਿਤ ਕਰ ਸਕਦੇ ਹੋ, ਉਹਦੀ ਐਡਮਿਨਿਸਟ੍ਰੇਸ਼ਨ ਕਰ ਸਕਦੇ ਹੋ ਆਰਟੀਕਲ 30 ਦੇ ਅਕੋਰਡਿੰਗ। ਕੌਣ ਜੀ, ਮਾਈਨੋਰਿਟੀ, ਠੀਕ ਹੈ, ਮਾਈਨੋਰਿਟੀਜ਼ ਘੱਟ ਗਿਣਤੀ ਨੇ ਜਿਹੜੇ। ਕਲੀਅਰ ਜੀ, ਇਹ ਸੀ ਬੇਟਾ ਜੀ ਅੱਜ ਦੀ ਕਲਾਸ। ਨੈਕਸਟ ਕਲਾਸ ਦੇ ਵਿੱਚ ਨਵੀਂ ਸੀਰੀਜ਼ ਲੈ ਕੇ ਮਿਲਾਂਗੇ ਬੇਟਾ। ਕਈ ਵਾਰ ਨਾ ਗਲਤੀ ਦੇ ਨਾਲ ਮੇਰੇ ਤੋਂ ਕਲਾਸ ਦੇ ਵਿੱਚ ਕੁਝ ਕਈ ਵਾਰੀ ਈਅਰ ਗਲਤ ਹੋ ਜਾਂਦਾ ਜਾਂ ਕੁਝ ਵੀ ਗਲਤ ਹੋ ਜਾਂਦਾ ਨਾ, ਉਹ ਤੁਸੀਂ ਜਿਹਦੇ ਨਾਲ ਰਿਗਾਰਡਿੰਗ ਤੁਹਾਡੀ ਕੋਈ ਵੀ ਡਾਊਟ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਦਿਆ ਕਰੋ, ਮੈਂ ਉੱਥੇ ਕਲੀਅਰ ਕਰ ਦਿਆ ਕਰੂੰ, ਕਿਉਂਕਿ ਬਹੁਤ ਜ਼ਿਆਦਾ ਰੈਗੂਲਰ ਕਲਾਸਿਸ ਹੁੰਦੀਆਂ ਨੇ, ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੁੰਦਾ, ਉਹਦੇ ਚੋਂ ਜਿਹੜੀ ਫ੍ਰੀ ਆਫ ਜਿਹੜੀ ਅਕੈਡਮੀ ਦੀ ਕਲਾਸ ਹੁੰਦੀ ਹੈ, ਇੱਕ ਫ੍ਰੀ ਕਲਾਸ ਹੈ ਨਾ, ਸੈਸ਼ਨ ਕੱਢਣਾ ਹੁੰਦਾ, ਤਾਂ ਇੰਨਾ ਜ਼ਿਆਦਾ ਬਰਡਨ ਹੁੰਦਾ ਦਿਮਾਗ ਦੇ ਉੱਪਰ, ਕਈ ਵਾਰ ਕਾਲੀ ਚ ਕੁਝ ਮੂੰਹ ਦੇ ਵਿੱਚੋਂ ਨਾ ਗਲਤ ਨਿਕਲ ਜਾਂਦਾ। ਸੋ ਆਪਣੀਆਂ ਡਾਊਟਸ ਕਲੀਅਰ ਜ਼ਰੂਰ ਕਰਿਆ ਕਰੋ। ਥੈਂਕ ਯੂ ਸੋ ਮਚ।